ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਤਖ਼ਤ ਚਵਰ ਛਤਰ ਦੇ ਮਾਲਕ, ਜੁਗੋ ਜੁਗ ਅਟਲ, ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਸਾਚੀ ਨਿਵਾਜੀ ਪਰਮ ਸਨਮਾਨਯੋਗ, ਗੁਰੂ ਰੂਪ ਖਾਲਸਾ ਸਾਧ ਸੰਗਤ। ਅੰਮ੍ਰਿਤ ਵੇਲੇ ਸਤਿਗੁਰੂ ਸਾਹਿਬਾਂ ਦੀ ਪਾਵਨ ਹਜ਼ੂਰੀ ਅੰਦਰ ਸਾਜ ਰਹੇ ਦੀਵਾਨ ਵਿੱਚ ਆਪ ਜੀ ਨੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕੀਤੇ। ਅੰਮ੍ਰਿਤ ਬਾਣੀ ਨਿਤਨੇਮ ਸਰਵਣ ਕਰਕੇ ਸੇਵਾ ਸਿਮਰਨ ਵਿੱਚ ਜੁੜ ਕੇ ਆਪਣੇ ਜੀਵਨ ਦਾ ਮਹਾਨ ਲਾਹਾ ਪ੍ਰਾਪਤ ਕੀਤਾ, ਆਨੰਦ ਮਾਣਿਆ। ਗੁਰੂ ਘਰ ਦੀ ਰੋਜ਼ਾਨਾ ਮਰਿਆਦਾ ਅੰਮ੍ਰਿਤ ਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੋਇਆ ਹੈ। ਸਤਿਗੁਰੂ ਮਹਾਰਾਜ ਜੀ ਨੇ ਸ੍ਰੀ ਜਪਜੀ ਸਾਹਿਬ ਬਾਣੀ ਅੰਦਰ 30 ਨੰਬਰ ਪੌੜੀ ਵਿੱਚ ਉਪਦੇਸ਼ ਬਖਸ਼ੇ ਹਨ। ਸਭ ਸੰਗਤ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰੂ ਚਰਨਾਂ ਨਾਲ ਜੁੜੀਏ ਅਤੇ ਆ ਰਹੀ ਕਥਾ ਸਰਵਣ ਕਰਕੇ ਆਪਣੇ ਜੀਵਨ ਦਾ ਹੋਰ ਲਾਹਾ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਏਕਾ ਮਾਈ ਜੁਗਤ ਵਿਆਈ, ਤੈਨ ਚੇਲੇ ਪਰਵਾਨ। ਸਾਧ ਸੰਗਤ, ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿਸ ਸਮੇਂ ਜਗਤ ਜਲੰਦੇ ਨੂੰ ਉਤਾਰਨ ਵਾਸਤੇ ਉਦਾਸੀ ਦੇ ਸਮੇਂ ਸਮੇਰ ਪਰਬਤ 'ਤੇ ਗਏ ਹਨ। ਇੱਥੇ 84 ਸਿੱਧ ਜੋ ਗੋਰਖ ਦੇ ਮਤ ਦੇ ਨਾਲ ਜੁੜੇ ਹੋਏ ਹਨ, ਸਤਿਗੁਰਾਂ ਨੂੰ ਮਿਲੇ। ਵੱਖਰੇ ਵੱਖਰੇ ਪ੍ਰਸ਼ਨ ਕੀਤੇ ਹਨ। ਸਤਿਗੁਰੂ ਮਹਾਰਾਜ ਜੀ ਨੇ ਇਹਨਾਂ ਦੇ ਤਾਈਂ ਉਪਦੇਸ਼ ਬਖਸ਼ਿਆ ਹੈ। ਸਿੱਧ ਕਹਿਣ ਲੱਗੇ, ਮਹਾਰਾਜ ਜਿਹੜੀ ਇਹ ਸ੍ਰਿਸ਼ਟੀ ਹੈ ਇਹ ਕਿਵੇਂ ਪੈਦਾ ਹੋਈ? ਅਸੀਂ ਮੰਨਦੇ ਹਾਂ ਕਿ ਸਾਰੀ ਸ੍ਰਿਸ਼ਟੀ ਪਾਰਬਤੀ ਤੋਂ ਪੈਦਾ ਹੋਈ ਹੈ, ਕਿਉਂਕਿ ਸਾਧ ਸੰਗਤ ਸਿੱਧ ਸ਼ਿਵ ਜੀ ਨੂੰ ਪਿਤਾ ਅਤੇ ਪਾਰਬਤੀ ਨੂੰ ਮਾਈ ਜਾਣਦੇ ਹਨ। ਕਹਿਣ ਲੱਗੇ, ਮਹਾਰਾਜ ਤੁਹਾਡੇ ਮਤ ਅਨੁਸਾਰ ਇਹ ਸ੍ਰਿਸ਼ਟੀ ਕਿਵੇਂ ਪੈਦਾ ਹੋਈ ਹੈ? ਸਤਿਗੁਰੂ ਮਹਾਰਾਜ ਜੀ ਨੇ ਸਿੱਧਾਂ ਦੇ ਤਾਈਂ ਉਪਦੇਸ਼ ਬਖਸ਼ਿਆ, ਭਾਈ ਏਕਾ ਮਾਈ ਜੁਗਤ ਵਿਆਈ, ਤੈਨ ਚੇਲੇ ਪ੍ਰਵਾਨ। ਅਸੀਂ ਤੁਹਾਨੂੰ ਸ਼ਾਸਤਰਾਂ ਦੁਆਰਾ ਸਾਂਝਾ ਉਪਦੇਸ਼ ਬਖਸ਼ਦੇ ਹਾਂ ਕਿ ਇੱਕ ਬ੍ਰਹਮ ਪਰਮੇਸ਼ਰ ਵਾਹਿਗੁਰੂ ਜਦੋਂ ਪਰਮਾਤਮਾ ਨੇ
ਸ੍ਰਿਸ਼ਟੀ ਪੈਦਾ ਕਰਨ ਦਾ ਸੰਕਲਪ ਬਣਾਇਆ, ਉਸ ਸਮੇਂ ਬ੍ਰਹਮ ਤੋਂ ਜਿਹੜੀ ਉਹ ਇੱਛਾ ਪੈਦਾ ਹੋਈ, ਉਹ ਜੜ ਮਾਇਆ ਕਹਾਈ ਹੈ। ਔਰ ਉਸ ਤੋਂ ਜਦੋਂ ਪਰਮਾਤਮਾ ਦਾ ਚੇਤਨ ਸੱਤਾ ਪ੍ਰਾਪਤ ਹੋਈ, ਮਾਇਆ ਦੇ ਵਿੱਚ ਬ੍ਰਹਮ ਦਾ ਪ੍ਰਤੀਬਿੰਬ ਪਿਆ ਹੈ, ਤਦੋਂ 3 ਗੁਣ ਪੈਦਾ ਹੋਏ ਹਨ। ਬ੍ਰਹਮ ਤੋਂ ਮਾਇਆ ਪੈਦਾ ਹੋਈ ਹੈ, ਔਰ ਮਾਇਆ ਤੋਂ 3 ਗੁਣ ਬਣੇ ਹਨ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਉਪਾਏ ਜਗਤ ਦਿਖਾਇਆ। ਇਸ ਕਰਕੇ ਉਹ ਆਪ ਹੀ ਪਰਮਾਤਮਾ ਸੰਸਾਰ ਦਾ ਮਾਤਾ ਰੂਪ ਹੈ ਤੇ ਆਪ ਹੀ ਪਿਤਾ ਰੂਪ ਹੈ। ਏਕਾ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ। ਜਿਹੜੀ ਸਾਧ ਸੰਗ ਮਾਇਆ ਹੈ, ਜੜ ਹੈ, ਤੇ ਇਸ ਦੇ ਵਿੱਚ ਬ੍ਰਹਮ ਦਾ ਪ੍ਰਤੀਬਿੰਬ ਪਿਆ ਹੈ। ਮਾਇਆ ਦਾ ਬ੍ਰਹਮ ਦੇ ਨਾਲ ਕਲਪਤਾਤਮਿਕ ਸੰਬੰਧ ਹੋਇਆ, ਕਲਪਿਆ ਹੋਇਆ ਸੰਬੰਧ। ਵਿਦਵਾਨ ਇਸ ਨੂੰ ਇਸ ਤਰ੍ਹਾਂ ਕਹਿੰਦੇ ਹਨ, ਜਿਵੇਂ ਅੱਗ ਦੇ ਕੋਲ ਅੱਗ ਦੇ ਵਿੱਚ ਲੋਹਾ ਰੱਖ ਦੇਣਾ ਕਰੀਏ। ਲੋਹੇ ਦੇ ਵਿੱਚ ਅੱਗ ਦੀਆਂ 3 ਸ਼ਕਤੀਆਂ ਪੈਦਾ ਹੋ ਜਾਂਦੀਆਂ ਨੇ। ਅੱਗ ਦੀ ਸੰਗਤ ਕਰਕੇ ਲੋਹੇ ਵਿੱਚ ਪ੍ਰਕਾਸ਼ ਆ ਜਾਂਦਾ ਹੈ, ਲਾਲ ਹੋ ਜਾਂਦਾ ਹੈ। ਦੂਸਰਾ, ਸਾੜਨ ਦੀ ਸ਼ਕਤੀ ਆ ਜਾਂਦੀ ਹੈ। ਤੀਸਰਾ, ਗਰਮੈਸ਼ ਆ ਜਾਂਦੀ ਹੈ, ਗਰਮ ਹੋ ਜਾਂਦਾ ਹੈ। ਪਰ ਜੇ ਉਸ ਲੋਹੇ ਨੂੰ ਅੱਗ ਤੋਂ ਪਾਸੇ ਕਰ ਦਈਏ ਤਾਂ ਇਹ 3 ਸ਼ਕਤੀਆਂ ਮਿਟ ਜਾਂਦੀਆਂ ਨੇ। ਇਸ ਤਰ੍ਹਾਂ ਹੀ ਜਿਵੇਂ ਬਲੌਰ ਹੁੰਦਾ ਹੈ, ਅਸੀਂ ਦੇਖਦੇ ਹਾਂ ਉਜਲ ਹੁੰਦਾ ਹੈ ਬਲੌਰ, ਔਰ ਜਦੋਂ ਉਸ ਦੇ ਕੋਲ ਕੋਈ ਰੰਗਦਾਰ ਕੱਪੜੇ ਜਾਂ ਕਿਸੇ ਹੋਰ ਰੰਗਦਾਰ ਚੀਜ਼ ਨੂੰ ਰੱਖਣਾ ਕਰੀਏ, ਕੋਈ ਰੰਗਦਾਰ ਕੱਪੜੇ ਦੀ ਲੀਰ ਜਾਂ ਕੋਈ ਹੋਰ ਵਸਤੂ ਰੱਖ ਦਈਏ, ਤਾਂ ਉਸ ਉਜਲ ਬਲੌਰ ਦੇ ਵਿੱਚ ਉਹ ਰੰਗ ਭਾਸਣ ਲੱਗ ਜਾਂਦਾ ਹੈ। ਪਰ ਜੇ ਉਸ ਵਸਤੂ ਨੂੰ ਪਾਸੇ ਕਰ ਦੇਣਾ ਕਰੀਏ ਤਾਂ ਫਿਰ ਉਹ ਬਲੌਰ ਉਜਲ ਦਾ ਉਜਲ ਰਹਿ ਜਾਂਦਾ ਹੈ। ਇਸ ਤਰ੍ਹਾਂ ਹੀ ਜਿਹੜੀ ਮਾਇਆ ਹੈ, ਇਹ ਬ੍ਰਹਮ ਦੇ ਵਿੱਚ ਕਲਪੀ ਹੋਈ ਹੈ, ਜਿਸ ਕਰਕੇ 3 ਗੁਣ ਪੈਦਾ ਹੋਏ ਨੇ। ਰਜੋ ਗੁਣ, ਤਮੋ ਗੁਣ, ਸਤੋ ਗੁਣ। ਏਕਾ ਮਾਈ, ਇੱਕ ਜਿਹੜੀ ਮਾਈ ਹੈ ਮਾਇਆ, ਜੁਗਤ ਵਿਆਈ। ਜਦੋਂ ਮਹਾਰਾਜ ਕਹਿੰਦੇ ਇਹ ਬ੍ਰਹਮ ਦੇ ਨਾਲ ਜੁੜੀ, ਜੁਗਤ ਨਾਮ ਹੈ ਜੁੜਨ ਦਾ, ਵਿਆਈ ਨਾਮ ਹੈ ਪ੍ਰਸੂਤ ਭਾਵ ਨੂੰ ਹੋਈ। ਭਾਵ ਇਹਦੇ ਤੋਂ ਅੱਗੇ 3 ਚੇਲੇ ਪ੍ਰਵਾਨ, 3 ਚੇਲੇ ਪੈਦਾ ਹੋ ਗਏ। ਉਹ ਹਨ ਰਜਗੁਣ, ਤਮ ਗੁਣ ਤੇ ਸਤਗੁਣ। 3 ਚੇਲੇ ਕਹਿੰਦੇ 3 ਦੇਵਤੇ ਪੈਦਾ ਹੋ ਗਏ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਇੱਕ ਜਿਹੜਾ ਰਜੋ ਗੁਣ ਹੈ, ਉਹ ਤਾਂ ਭਲੀ ਪ੍ਰਕਾਰ ਸਾਰਿਆਂ ਦੀ ਸਾਰ ਲੈਣ ਵਾਲਾ ਹੈ, ਪੈਦਾ ਕਰਨ ਵਾਲਾ ਹੈ। ਜਿਵੇਂ ਬ੍ਰਹਮਾ ਸਾਰਿਆਂ ਨੂੰ ਪੈਦਾ ਕਰਨ ਵਾਲਾ ਮੰਨਿਆ, ਤੇ ਸਤਿਗੁਰਾਂ ਬਾਣੀ ਵਿੱਚ ਆਖਿਆ ਕੋਟ ਬ੍ਰਹਮੇ ਜਗ ਸਾਜਣ ਲਾਏ। ਇਸ ਤਰ੍ਹਾਂ ਹੀ ਇੱਕ ਭੰਡਾਰੀ ਹੈ ਵਿਸ਼ਨੂੰ। ਇਹ ਸਤੋਗੁਣ
ਜਿਹੜਾ ਸਾਰਿਆਂ ਨੂੰ ਪਾਲਣ ਵਾਲਾ ਹੈ। ਸਾਰਿਆਂ ਅੰਦਰ ਸਭ ਗੁਣ ਨੇ, ਔਰ ਇੱਕ ਲਾਏ ਦੀ ਬਾਣ। ਇੱਕ ਸਾਧ ਸੰਗਤ ਤਮੋ ਗੁਣ ਹੈ, ਜਿਸ ਨੂੰ ਲੈਤਾ ਕਰਨ ਦੀ ਇੱਛਾ ਜਾਂ ਲੈਤਾ ਕਰਨ ਦੀ ਆਦਤ ਹੈ। ਜਿਵੇਂ ਜਿਹੜਾ ਕ੍ਰੋਧੀ ਜੀਵ ਹੁੰਦਾ ਹੈ, ਉਹ ਕ੍ਰੋਧ ਕਰਕੇ ਸਭ ਕੁਝ ਨਾਸ ਕਰ ਲੈਂਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਇਹ ਤਿੰਨ ਗੁਣ ਹਨ, ਅਤੇ ਇਹਨਾਂ ਤਿੰਨਾਂ ਦੇ ਵੱਖੋ ਵੱਖਰੇ ਦੇਵਤੇ ਵੀ ਆਖੇ ਜਾਂਦੇ ਨੇ। ਬ੍ਰਹਮਾ ਵਿਸ਼ਨ ਮਹੇਸ਼ ਦੁਆਰੈ, ਊਪੇ ਸੇਵਹਿ ਅਲਖ ਅਪਾਰੈ। ਇਹ ਪਰਮਾਤਮਾ ਦੇ ਦਰ ਤੇ ਖੜੇ ਹੋਏ ਪਰਮਾਤਮਾ ਦੀ ਸੇਵਾ ਕਰਦੇ ਹਨ, ਉਸ ਵਾਹਿਗੁਰੂ ਦੇ ਹੁਕਮ ਵਿੱਚ ਚੱਲਦੇ ਨੇ। ਜੈਵ ਤੈਸ ਭਾਵੈ ਤਿਵੈ ਚਲਾਵੈ, ਜੈਵ ਹੋਵੈ ਫਰਮਾਨ। ਜਿਵੇਂ ਪਰਮਾਤਮਾ ਦੀ ਇੱਛਾ ਹੁੰਦੀ ਹੈ, ਉਹ ਇਹਨਾਂ ਤਿੰਨਾਂ ਗੁਣਾਂ ਨੂੰ ਚਲਾਉਂਦਾ ਹੈ, ਔਰ ਅੱਗੇ ਇਹ ਤਿੰਨ ਗੁਣ ਜਿਹੜੇ ਹਨ ਵਾਹਿਗੁਰੂ ਦੇ ਹੁਕਮ ਵਿੱਚ ਉਸੇ ਤਰ੍ਹਾਂ ਕਾਰ ਕਰਦੇ ਨੇ। ਔਰ ਫਿਰ ਜੈਵ ਹੋਵੇ ਫਰਮਾਨ, ਜਿਵੇਂ ਪਰਮਾਤਮਾ ਦਾ ਫਰਮਾਨ ਹੁੰਦਾ ਹੈ, ਹੁਕਮ ਹੁੰਦਾ ਹੈ, ਉਵੇਂ ਉਵੇਂ ਇਹ ਸੰਸਾਰ ਦੇ ਵਿੱਚ ਕਿਰਿਆ ਕਰਦੇ ਰਹਿੰਦੇ ਨੇ, ਪਰਮਾਤਮਾ ਦੇ ਹੁਕਮ ਨੂੰ ਕਮਾਉਂਦੇ ਨੇ। ਇਸ ਤਰ੍ਹਾਂ ਵੀ ਕਹਿੰਦੇ ਹਨ ਕਿ ਜਦੋਂ ਪਰਮਾਤਮਾ ਦੇ ਅੰਦਰ ਇੱਛਾ ਪੈਦਾ ਹੋਈ, ਤਾਂ ਉਸ ਸਮੇਂ ਸਾਧ ਸੰਗਤ ਜਿਹੜੀ ਮਾਇਆ ਹੈ, ਉਸ ਨੇ ਵਾਹਿਗੁਰੂ ਦੀ ਚੇਤਨ ਸੱਤਾ ਪ੍ਰਾਪਤ ਕਰਕੇ ਜਿਹੜੀ ਸ਼ੁੱਧ ਮਾਇਆ ਹੈ, ਸ਼ੁੱਧ ਮਾਇਆ ਜਿਹਦੇ ਵਿੱਚ ਸਾਧ ਸੰਗਤ ਸਤੋ ਗੁਣ ਵਧੇਰੇ ਹੋਵੇ, ਪ੍ਰਧਾਨ ਹੋਵੇ, ਰਜੋ ਗੁਣ ਤੇ ਤਮੋ ਗੁਣ ਘੱਟ ਹੋਣ, ਇਹ ਸ਼ੁੱਧ ਮਾਇਆ ਹੈ। ਇਹਦੇ ਵਿੱਚ ਜਦੋਂ ਪਰਮਾਤਮਾ ਦਾ ਪ੍ਰਤੀਬਿੰਬ ਪਿਆ, ਤਾਂ ਉਹ ਈਸ਼ਰ ਕਹਾਇਆ। ਈਸ਼ਰ ਕਹਿੰਦੇ ਨੇ ਸਰਬੱਗਤਾ ਵਾਲੇ ਨੂੰ, ਜਿਹਦੇ ਵਿੱਚ ਸਰਬੱਗਤਾ ਹੈ ਸੰਸਾਰ ਨੂੰ ਪੈਦਾ ਕਰਨ ਦੀ, ਸੰਸਾਰ ਨੂੰ ਪਾਲਣ ਦੀ, ਹੈ ਪਰਮਾਤਮਾ ਦੀ ਉਹ ਤਾਕਤ। ਅੱਗੇ ਜਿਵੇਂ ਜਿਹੜੇ ਮਾਇਆ ਤੋਂ ਤਿੰਨ ਗੁਣ ਪੈਦਾ ਹੋਏ ਸਨ, ਉਹਨਾਂ ਵਿੱਚ ਜਿੱਥੇ ਤਮੋ ਗੁਣ ਪ੍ਰਧਾਨ ਸੀ ਤੇ ਸਤੋ ਗੁਣ ਤੇ ਰਜੋ ਗੁਣ ਘੱਟ ਰਹਿ ਗਏ, ਅਵਿਦਿਆ ਸੀ। ਅਵਿਦਿਆ ਦੇ ਵਿੱਚ ਜਦੋਂ ਤਮੋ ਗੁਣ ਵਿੱਚ ਬ੍ਰਹਮ ਦਾ ਪ੍ਰਤੀਬਿੰਬ ਪਿਆ, ਤੇ ਉਹ ਜੀਵ ਕਹਾਇਆ, ਤੇ ਸਾਰੇ ਜੀਵ ਉੱਥੋਂ ਹੀ ਪੈਦਾ ਹੋਏ ਹਨ। ਇਸ ਤਰ੍ਹਾਂ ਵੀ ਕਿਹਾ ਜਾਂਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਜਿਵੇਂ ਉਸ ਪਰਮਾਤਮਾ ਨੂੰ ਭਾਉਂਦਾ ਹੈ, ਉਹ ਤਿੰਨਾਂ ਨੂੰ ਤਿੰਨਾਂ ਗੁਣਾਂ ਦੇ ਤਾਈਂ ਉਸੇ ਤਰ੍ਹਾਂ ਹੀ ਚਲਾਉਂਦਾ ਹੈ। ਜਿਵ ਹੋਵੇ ਫਰਮਾਨ, ਜਿਵੇਂ ਉਸ ਪਰਮਾਤਮਾ ਦਾ ਫਰਮਾਨ ਹੁੰਦਾ ਹੈ, ਹੁਕਮ ਹੁੰਦਾ ਹੈ, ਆਗਿਆ ਹੁੰਦੀ ਹੈ। ਉਹ ਵੇਖੈ ਉਹਨਾਂ ਨਦਰ ਨਾ ਆਵੇ, ਬਹੁਤਾ ਇਹੋ ਵਿਡਾਣ। ਉਹ ਪਰਮਾਤਮਾ ਇਹਨਾਂ ਸਾਰਿਆਂ ਦੇ ਤਾਈਂ ਵੇਖਦਾ, ਤਿੰਨਾਂ ਗੁਣਾਂ ਦੇ ਤਾਈਂ ਵੀ, ਔਰ ਤਿੰਨਾਂ ਦੇਵਤਿਆਂ ਦੇ ਤਾਈਂ ਵੀ। ਉਹਨਾਂ ਨਦਰ ਨਾ ਆਵੇ, ਪਰ ਉਹਨਾਂ ਦੇਵਤਿਆਂ ਦੇ ਤਾਈਂ ਔਰ ਤਿੰਨਾਂ ਗੁਣਾਂ ਦੇ ਤਾਈਂ ਉਹ ਪਰਮਾਤਮਾ ਨਜ਼ਰ ਨਹੀਂ ਆਉਂਦਾ। ਬਹੁਤਾ ਇਹੋ ਵਿਡਾਣ, ਇਹ ਬੜਾ ਅਸਚਰਜ ਹੈ, ਹੈਰਾਨ ਹੈ ਕਰਨ ਵਾਲੀ ਗੱਲ। ਜਾਂ ਉਹ ਪਰਮਾਤਮਾ ਬਹੁਤਾ ਅਸਚਰਜ ਸਰੂਪ ਹੈ, ਅਸਚਰਜ ਤੋਂ ਅਸਚਰਜ। ਉਹ ਆਪ ਪਰਮਾਤਮਾ ਦ੍ਰਿਸ਼ਟਾ ਹੈ, ਦੇਖਣ ਵਾਲਾ, ਤੇ ਸਾਰਾ ਸੰਸਾਰ ਦ੍ਰਿਸ਼ ਹੈ। ਜਿਵੇਂ ਸਾਡਾ ਮਨ ਹੈ, ਮਨ
ਅੱਖਾਂ ਰਾਹੀਂ ਦੇਖਦਾ ਹੈ, ਕੰਨਾਂ ਰਾਹੀਂ ਸੁਣਦਾ ਹੈ, ਹੱਥਾਂ ਰਾਹੀਂ ਕੰਮ ਕਰਦਾ ਹੈ, ਰਸਨਾ ਰਾਹੀਂ ਬੋਲਦਾ ਹੈ। ਮਨ ਨੂੰ ਪਤਾ ਹੈ ਕਿ ਇਹ ਰਸਨਾ ਹੈ, ਇਹ ਕੰਨ ਨੇ, ਇਹ ਹੱਥ ਨੇ, ਇਹ ਪੈਰ ਨੇ, ਇਹਨਾਂ ਦਾ ਕੀ ਕੰਮ ਹੈ ਤੇ ਕਿਵੇਂ ਇਹਨਾਂ ਤੋਂ ਕੰਮ ਲੈਣਾ ਹੈ। ਪਰ ਹੱਥਾਂ ਨੂੰ, ਪੈਰਾਂ ਨੂੰ, ਕੰਨਾਂ ਨੂੰ, ਅੱਖਾਂ ਨੂੰ ਨਹੀਂ ਪਤਾ ਵੀ ਸਾਡੇ ਉੱਤੇ ਵੀ ਇੱਕ ਮਨ ਕੰਮ ਕਰ ਰਿਹਾ। ਜਿਹੜੇ ਸਾਡੇ ਹੱਥ ਪੈਰ ਨੇ, ਕੰਨ ਹਨ, ਅੱਖਾਂ ਹਨ, ਰਸਨਾ ਹੈ, ਇਹਨਾਂ ਨੂੰ ਨਹੀਂ ਪਤਾ, ਇਹ ਜੜ ਹਨ, ਇਹ ਮਨ ਦੇ ਚਲਾਏ ਹੋਏ ਚੱਲਦੇ ਨੇ। ਇਸ ਤਰ੍ਹਾਂ ਹੀ ਮਹਾਰਾਜ ਕਹਿੰਦੇ ਉਹ ਪਰਮਾਤਮਾ ਇਹਨਾਂ ਤਿੰਨਾਂ ਗੁਣਾਂ ਦੇ ਤਾਈ, ਤਿੰਨਾਂ ਦੇਵਤਿਆਂ ਦੇ ਤਾਈ ਚਲਾਉਣ ਵਾਲਾ ਹੈ। ਕੋਟ ਵਿਸ਼ਨ ਕੀਨੇ ਅਵਤਾਰ, ਕੋਟ ਮਹੇਸ਼ ਉਪਾਏ ਸਮਾਏ, ਕੋਟ ਬ੍ਰਹਮੇ ਜਗ ਸਾਜਣ ਲਾਏ। ਤੇ ਇਹ ਪਰਮਾਤਮਾ ਦੇ ਦਰ ਤੇ ਸੇਵਾ ਕਰਦੇ ਨੇ, ਇਹ ਆਪ ਕਾਰਕ ਨਹੀਂ ਹਨ, ਉਸ ਦੇ ਕੀਤੇ ਹੋਏ ਨੂੰ ਚਲਾਉਣ ਵਾਲੇ ਨੇ। ਜਿਵੇਂ ਰਾਜਾ ਹੁੰਦਾ, ਆਪ ਤਾਂ ਤਖਤ ਤੇ ਬੈਠ ਕੇ ਹੁਕਮ ਦਿੰਦਾ, ਆਪ ਲੋਕਾਂ ਵਿੱਚ ਵਿਚਰ ਕੇ ਕੰਮ ਨਹੀਂ ਕਰਦਾ। ਰਾਜੇ ਦਾ ਕੰਮ ਹੁੰਦਾ ਰਾਜ ਪ੍ਰਬੰਧ ਨੂੰ ਚਲਾਉਣ ਵਾਸਤੇ ਹੁਕਮ ਦੇਣਾ, ਤੇ ਅੱਗੇ ਬਾਕੀ ਕਾਰ ਜਿਹੜੀ ਹੈ ਸਾਧ ਸੰਗਤ, ਉਹ ਵਜ਼ੀਰ, ਅਹਿਲਕਾਰ, ਮੰਤਰੀ, ਜਿੰਨੇ ਵੀ ਸਲਾਹਕਾਰ ਹੁੰਦੇ ਨੇ, ਅੱਗੇ ਤੋਂ ਅੱਗੇ ਉਹ ਕਰਦੇ ਹਨ। ਇਸ ਤਰ੍ਹਾਂ ਹੀ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਨੇ ਸ੍ਰਿਸ਼ਟੀ ਨੂੰ ਚਲਾਉਣ ਵਾਸਤੇ ਸਤਿਗੁਰੂ ਮਹਾਰਾਜ ਕਹਿੰਦੇ ਇਹ ਤਿੰਨ ਦੇਵਤੇ ਪੈਦਾ ਕੀਤੇ ਨੇ। ਤੇ ਅੱਗੇ ਉਹ ਫਿਰ ਜਿਵੇਂ ਮਾਇਆ ਦੇ ਨਾਲ ਜੁੜ ਕਰਕੇ ਸੰਸਾਰ ਨੂੰ ਚਲਾ ਰਹੇ ਹਨ। ਪਰਮਾਤਮਾ ਇਹਨਾਂ ਸਾਰਿਆਂ ਤਾਈਂ ਦੇਖ ਰਿਹਾ ਹੈ ਵੀ ਕਿਹੜਾ ਕੀ ਕੰਮ ਕਰ ਰਿਹਾ ਹੈ, ਕਿਹੜਾ ਕੀ ਕਰ ਰਿਹਾ ਹੈ, ਪਰ ਇਹ ਪਰਮਾਤਮਾ ਨੂੰ ਦੇਖ ਨਹੀਂ ਸਕਦੇ। ਇਹ ਬੜਾ ਅਸਚਰਜ ਹੈ। ਆਦੇਸ਼ ਦਿਸੈ ਆਦੇਸ਼, ਇਹ ਸਿੱਧੋ ਸਾਡੀ ਤਾਂ ਉਸ ਪਰਮਾਤਮਾ ਦੇ ਤਾਈਂ ਆਦੇਸ਼ ਹੈ ਜਿਨੇ ਮਾਇਆ ਪੈਦਾ ਕੀਤੀ, ਤਿੰਨ ਗੁਣ ਪੈਦਾ ਕੀਤੇ ਹਨ, ਤਿੰਨ ਦੇਵਤੇ ਕੰਮ ਵਿੱਚ ਲਾਏ ਨੇ, ਸਾਰਿਆਂ ਨੂੰ ਦੇਖਣ ਵਾਲਾ ਹੈ, ਸਾਰਿਆਂ ਦੇ ਕੀਤੇ ਹੋਏ ਕੰਮਾਂ ਦੀ ਵਿਚਾਰ ਕਰਨ ਵਾਲਾ ਹੈ। ਉਸ ਪਰਮਾਤਮਾ ਦੇ ਤਾਈਂ ਸਾਡੀ ਨਮਸਕਾਰ ਹੈ, ਜਿਹੜਾ ਸਾਰੇ ਦੇਸ਼ਾਂ ਵਿੱਚ ਆਇਆ ਹੋਇਆ ਹੈ। ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਜੋ ਆਦ ਮੁੱਢ ਤੋਂ ਹੈ, ਅਨੀਲ ਗਿਣਤੀ ਵਿੱਚ ਨਹੀਂ ਆਉਂਦਾ, ਅਨਾਦ ਜਿਹਦਾ ਆਪਣਾ ਕੋਈ ਆਦ ਨਹੀਂ ਹੈ, ਅਨਾਹਤ ਜਿਹੜਾ ਨਾਸ ਨਹੀਂ ਹੁੰਦਾ, ਜੁਗ ਜੁਗ ਏਕੋ ਵੇਸ, ਜੁਗਾਂ ਜੁਗਾਂ ਵਿੱਚ ਜਿਹਦਾ ਇੱਕੋ ਹੀ ਵੇਸ ਹੈ, ਸਤ ਚਿਤ ਆਨੰਦ ਸਰੂਪ। ਸਿੱਧ ਕਹਿਣ ਲੱਗੇ ਮਹਾਰਾਜ ਅਸੀਂ ਤਾਂ ਇਸ ਸਮੇਰ ਪਰਬਤ ਤੇ ਰਹਿੰਦੇ ਹਾਂ, ਇੱਥੇ ਸਾਡਾ ਆਸਣ ਲੱਗਿਆ ਹੋਇਆ ਹੈ, ਤੇ ਤੁਹਾਡਾ ਆਸਣ ਕਿਤੇ ਹੈ? ਅਸੀਂ ਇੱਕ ਭੰਡਾਰੀ ਰੱਖਿਆ ਹੋਇਆ ਇੱਥੇ, ਭੰਡਾਰਾ ਵਰਤਾਈਦਾ, ਤੁਸੀਂ ਕਿਹੜਾ ਭੰਡਾਰਾ ਵਰਤਾਉਂਦੇ ਹੋ? ਸਤਿਗੁਰੂ ਜੀ ਕਹਿੰਦੇ ਆਸਣ ਲੋਏ ਲੋਏ ਭੰਡਾਰ। ਹੇ ਸਿੱਧੋ, ਸਾਡਾ ਜੋ ਪਰਮਾਤਮਾ ਵਾਹਿਗੁਰੂ ਹੈ, ਉਸ ਦੇ ਸਭ ਥਾਵਾਂ ਤੇ ਆਸਣ ਲੱਗੇ ਹੋਏ ਨੇ। ਮਾਤਲੋਕ ਵਿੱਚ ਵੀ, ਪਰਲੋਕ ਵਿੱਚ, ਬੈਕੁੰਠ ਵਿੱਚ, ਫਿਰ ਸਾਰੀਆਂ ਪੁਰੀਆਂ, ਬ੍ਰਹਮਪੁਰੀ, ਵਿਸ਼ਨੂਪੁਰੀ, ਮਹੇਸ਼ਪੁਰੀ, ਇੰਦਰਪੁਰੀ, ਕੁਬੇਰਪੁਰੀ, ਸਾਰਿਆਂ ਵਿੱਚ, ਲੋਕਾਂ ਦੇ ਵਿੱਚ ਉਸ ਪਰਮਾਤਮਾ ਦਾ ਆਸਣ ਲੱਗਿਆ ਹੋਇਆ। ਤੇ ਉਸ ਪਰਮਾਤਮਾ ਨੇ ਜਿਹੜੇ ਸਾਰੇ ਜੀਵਾਂ ਦੇ ਤਾਈਂ ਭੰਡਾਰੇ ਬਖਸ਼ੇ ਹੋਏ ਨੇ, ਸਵਾਸ ਦਿੱਤੇ ਹੋਏ ਨੇ, ਜ਼ਿੰਦਗੀ ਬਖਸ਼ੀ ਹੋਈ ਹੈ, ਉਹ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਉਹ ਪਰਮਾਤਮਾ ਦੇ ਅਟੁੱਟ ਭੰਡਾਰੇ ਵਰਤ ਰਹੇ ਹਨ।
ਜੋ ਕਿਛ ਪਾਇਆ ਸੋ ਏਕਾ ਵਾਰ। ਫਿਰ ਪਰਮਾਤਮਾ ਨੇ ਜੋ ਕੁਝ ਵੀ ਕਿਸੇ ਨੂੰ ਦੇਣਾ ਕੀਤਾ ਇੱਕੋ ਵਾਰ ਹੀ ਦਿੱਤਾ ਹੈ। ਇੱਕੋ ਵਾਰ ਹੀ ਪਰਮਾਤਮਾ ਨੇ ਹਵਾ ਨੂੰ ਸਾਰਿਆਂ ਦੀ ਸਵਾਸ ਰੂਪ ਬਣਾ ਦਿੱਤਾ। ਇੱਕੋ ਵਾਰੀ ਪਾਣੀ ਨੂੰ ਜੀਵਨ ਦਾ ਬਣਾ ਦਿੱਤਾ। ਇਸ ਪਾਣੀ ਤੇ ਜੰਤੂ ਘਰਿਆ। ਇਸ ਇੱਕੋ ਵਾਰੀ ਪ੍ਰਮਾਤਮਾ ਨੇ ਧਰਤੀ ਨੂੰ ਪੈਦਾ ਕਰਨ ਦੀ ਤਾਕਤ ਬਖਸ਼ ਦਿੱਤੀ। ਸਾਰੀ ਸ੍ਰਿਸ਼ਟੀ ਤੇ ਸਾਰਾ ਬ੍ਰਹਿਮੰਡ ਸਾਰਿਆਂ ਦੇ ਵਿੱਚ ਇੱਕ ਵਾਰੀ ਪ੍ਰਮਾਤਮਾ ਨੇ ਤਾਕਤ ਰੱਖਣਾ ਕੀਤੀ ਹੈ। ਪੂਰਾ ਭਰ ਦਿੱਤਾ ਹੈ ਇਹਨਾਂ ਤਾਈਂ। ਕਰ ਕਰ ਵੇਖੈ ਸਿਰਜਣਹਾਰ। ਤੇ ਉਹ ਪਰਮੇਸ਼ਰ ਵਾਹਿਗੁਰੂ ਫਿਰ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਪਾਲਣਾ ਕਰਕੇ ਦੇਖਦਾ ਹੈ। ਉਹ ਵਾਹਿਗੁਰੂ ਪਰਮਾਤਮਾ ਸਾਰਿਆਂ ਨੂੰ ਸਿਰਜ ਕਰਕੇ ਫਿਰ ਉਹਨਾਂ ਦੀ ਕੀਤੀ ਹੋਈ ਕਿਰਤ ਨੂੰ ਵੇਖਣ ਵਾਲਾ ਹੈ। ਨਾਨਕ ਸੱਚੇ ਕੀ ਸਾਚੀ ਕਾਰ। ਸਤਿਗੁਰੂ ਨਾਨਕ ਦੇ ਮਹਾਰਾਜ ਫਰਮਾਉਂਦੇ, ਹੇ ਸਿੱਧੋ, ਉਸ ਸੱਚੇ ਵਾਹਿਗੁਰੂ ਪਰਮਾਤਮਾ ਦੀ ਜਿਹੜੀ ਕਾਰ ਹੈ ਇਹ ਭਾਈ ਸੱਚੀ ਹੈ, ਜਿਹੜੀ ਉਹਨੇ ਸੰਸਾਰ ਅੰਦਰ ਕਰਨਾ ਕੀਤੀ ਹੈ। ਆਪ ਸਤ ਕੀਆ ਸਭ ਸਤ, ਆਪੇ ਜਾਣੈ ਆਪਣੀ ਮਿਤ ਗਤ। ਆਪਣੀ ਮਰਿਆਦਾ ਨੂੰ ਤੇ ਆਪਣੀ ਪ੍ਰਾਪਤੀ ਨੂੰ ਸਾਰੇ ਉਹ ਆਪ ਹੀ ਜਾਣਦਾ ਹੈ। ਸਿੱਧ ਕਹਿਣ ਲੱਗੇ, ਮਹਾਰਾਜ ਇਹ ਤਾਂ ਤੁਸੀਂ ਪਰਮਾਤਮਾ ਬਾਰੇ ਦੱਸਿਆ ਵੀ ਪਰਮਾਤਮਾ ਦਾ ਆਸਣ ਕਿੱਥੇ ਹੈ, ਤੁਸੀਂ ਆਪਣੇ ਬਾਰੇ ਦੱਸਣਾ ਕਰੋ। ਅਸੀਂ ਤੁਹਾਡਾ ਪੁੱਛਿਆ ਤੁਹਾਡਾ ਆਸਣ ਕਿੱਥੇ ਹੈ। ਸਤਿਗੁਰੂ ਕਹਿੰਦੇ, ਭਾਈ ਫਿਰ ਉਹ ਵੀ ਸੁਣੋ। ਆਸਣ ਲੋਏ ਲੋਏ ਭੰਡਾਰ। ਸਿੱਧੋ ਸਾਡਾ ਆਸਣ ਹੈ ਲੋਏ। ਲੋਏ ਨਾਮ ਹੈ ਪ੍ਰਕਾਸ਼ ਦਾ। ਪ੍ਰਕਾਸ਼ ਸਰੂਪ ਪਰਮੇਸ਼ਰ ਦੇ ਵਿੱਚ ਸਾਡਾ ਆਸਣ ਲੱਗਿਆ ਹੋਇਆ ਹੈ। ਜਿੱਥੇ ਪਰਮਾਤਮਾ ਪ੍ਰਕਾਸ਼ ਸਰੂਪ ਹੈ ਨਾ, ਉਸ ਦੇ ਵਿੱਚ ਸਾਡਾ ਆਸਣ ਹੈ। ਲੋਏ ਭੰਡਾਰ। ਤੇ ਉਸ ਪਰਮਾਤਮਾ ਦੇ ਜਿਹੜੇ ਭੰਡਾਰੇ ਨੇ ਉਹ ਵੀ ਸਭ ਥਾਵਾਂ ਤੇ ਵਰਤ ਰਹੇ ਨੇ। ਜਿੱਥੇ ਹਿਰਦੇ ਵਿੱਚ ਪਰਮਾਤਮਾ ਦਾ ਪ੍ਰਕਾਸ਼ ਹੈ ਉੱਥੇ ਸਭ ਗੁਣ ਵੀ ਨਾਲ ਹਨ ਤੇ ਸਭ ਗੁਣਾਂ ਦੇ ਭੰਡਾਰੇ ਵਰਤ ਰਹੇ ਨੇ। ਜਿਹਦੇ ਹਿਰਦੇ 'ਚ ਪਰਮਾਤਮਾ ਦੇ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ ਉੱਥੇ ਫਿਰ ਸਾਧ ਸੰਗ ਸਾਰੇ ਗੁਣ ਆ ਕੇ ਪ੍ਰਗਟ ਹੋ ਜਾਂਦੇ। ਸਤਿਗੁਰੂ ਜੀ ਕਹਿੰਦੇ, ਭਾਈ ਜਿੱਥੇ ਲੋਏ ਸਾਧ ਸੰਗਤ ਵਿੱਚ ਵਾਹਿਗੁਰੂ ਦੇ ਨਾਮ ਦਾ ਪ੍ਰਕਾਸ਼ ਹੈ, ਵਾਹਿਗੁਰੂ ਦਾ ਬ੍ਰਹਮ ਦਾ ਪ੍ਰਕਾਸ਼ ਹੈ, ਸੰਗਤ ਵਿੱਚ ਗੁਰਮੁਖ ਬੈਠ ਕਰਕੇ ਵਾਹਿਗੁਰੂ ਨੂੰ ਚੇਤੇ ਕਰਦੇ ਨੇ, ਉੱਥੇ ਸਾਡਾ ਆਸਣ ਹੈ ਸਾਧ ਸੰਗਤ ਵਿੱਚ। ਤੇ ਫਿਰ ਸਾਧ ਸੰਗਤ ਵਿੱਚ ਜਿੱਥੇ ਪ੍ਰਤੱਖ ਹੀ ਸਾਰੇ ਗੁਣ ਵੰਡੇ ਜਾਂਦੇ ਨੇ, ਉਪਦੇਸ਼ ਵੰਡਿਆ ਜਾਂਦਾ ਹੈ। ਏਕੋ ਜਪ ਏਕੋ ਸਾਲਾਹੇ, ਏਕ ਸਿਮਰ ਏਕੋ ਮਨ ਆਹੇ, ਏਕ ਸਕੇ ਗੁਣ ਗਾਓ ਅਨੰਤ। ਇਹ ਉਪਦੇਸ਼ ਦਿੱਤਾ ਜਾਂਦਾ ਹੈ ਸਾਧ ਸੰਗਤ ਵਿੱਚ। ਉੱਥੇ ਫਿਰ ਇਹ ਭੰਡਾਰਾ ਲੱਗਿਆ ਹੋਇਆ ਹੈ। ਭੰਡਾਰੀ ਹੂੰ ਗੁਣ ਨਿਕਲਹਿ, ਜਹ ਭੰਡਾਰੀ ਹੂੰ ਗੁਣ ਨਿਕਲਹਿ, ਤੇ ਕੀਏ ਪ੍ਰਵਾਨ। ਉਹੀ ਪ੍ਰਵਾਨ ਹੈ ਜਿੱਥੇ ਭੰਡਾਰਿਆਂ ਵਿੱਚ ਗੁਣ ਨਿਕਲਦੇ ਨੇ, ਔਰ ਉਹ ਸਾਧ ਸੰਗਤ ਰੂਪ ਭੰਡਾਰਾ ਹੈ ਜਿੱਥੇ ਪ੍ਰਤੱਖ ਗੁਰੂ ਕਾ ਲੰਗਰ ਵੀ ਵਰਤਦਾ ਹੈ, ਸ਼ਬਦ ਦਾ ਲੰਗਰ ਵਰਤਦਾ ਹੈ। ਜੋ ਕਿਛ ਪਾਇਆ ਸੋ ਏਕਾ ਵਾਰ। ਫਿਰ ਉੱਥੇ ਪ੍ਰਮਾਤਮਾ ਨੇ ਜੋ ਕੁਝ ਵੀ ਬਖਸ਼ਿਸ਼ ਪਾ ਦਿੱਤੀ ਹੈ ਇੱਕੋ ਵਾਰ ਹੀ। ਸਾਧ ਸੰਗਤ ਵਿੱਚ ਜਿਹੜੇ ਗੁਰਮੁਖ ਪ੍ਰਮਾਤਮਾ ਦੀ ਬੰਦਗੀ ਕਰਦੇ ਨੇ, ਇੱਕੋ ਵਾਰ ਹੀ ਪ੍ਰਮਾਤਮਾ ਉਹਨਾਂ ਨੂੰ ਆਪਣੇ ਨਾਲ, ਆਪਣੇ ਪ੍ਰੇਮ ਨਾਲ ਜੋੜ ਲੈਂਦਾ ਹੈ। ਵਾਰ-ਵਾਰ ਨਹੀਂ ਉਹਨਾਂ ਨੂੰ ਸਮਝਾਉਣਾ ਪੈਂਦਾ,
ਬਸ ਇਹੀ ਹੈ ਕਿ ਉਹ ਜਦੋਂ ਆਪਣੀ ਸਿਹਤ ਬਣਾ ਕੇ ਪਰਮਾਤਮਾ ਦੇ ਭਾਉ ਭਗਤੀ ਦੇ ਰਾਹ ਤੇ ਤੁਰ ਪੈਂਦੇ ਨੇ, ਫਿਰ ਉਹਨਾਂ ਨੂੰ ਇੱਕੋ ਵਾਰ ਹੀ ਪਰਮਾਤਮਾ ਮਿਲ ਜਾਂਦਾ ਹੈ। ਇੱਕ ਵਾਰ ਕਹਿੰਦੇ ਨਾਲ ਹੀ ਨਾ, ਏਕ ਚਿੱਤ ਚਹਿ ਇੱਕ ਛਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਜਿਹਨੇ ਇੱਕ ਵਾਰ ਪਰਮਾਤਮਾ ਨੂੰ ਚੇਤੇ ਕੀਤਾ, ਸਾਧ ਸੰਗਤ, ਉਹ ਫਿਰ ਕਾਲ ਦੀ ਫਾਹੀ ਚ ਨਹੀਂ ਆਉਂਦਾ। ਕਿਨਕਾ ਏਕ ਜਸ ਜੀ ਬਸਾਵੈ, ਤਾਂ ਕਿ ਮਹਿਮਾ ਕਰੀ ਨਾ ਆਵੇ। ਜੋ ਕਿਛ ਪਾਇਆ ਸੋ ਏਕਾ ਵਾਰ। ਜੋ ਕੁਝ ਵੀ ਪਰਮਾਤਮਾ ਨੇ ਸੰਸਾਰ ਵਿੱਚ ਪਾ ਦਿੱਤਾ, ਇੱਕੋ ਵਾਰ ਹੀ। ਜਿਵੇਂ ਅਸੀਂ ਕਿਸੇ ਭਾਂਡੇ ਵਿੱਚ ਕੋਈ ਵਸਤੂ ਰੱਖਦੇ ਹਾਂ, ਜੇ ਉਹ ਮੁੱਕ ਜਾਂਦੀ ਹੈ, ਕਈ ਵਾਰ ਘਟ ਜਾਂਦੀ ਹੈ, ਵਾਰ-ਵਾਰ ਉਸ ਭਾਂਡੇ ਨੂੰ ਭਰਨਾ ਪੈਂਦਾ। ਪਰ ਵਾਹਿਗੁਰੂ ਪਰਮਾਤਮਾ ਨੇ ਜਿਹੜੀ ਜ਼ਿੰਦਗੀ ਕਿਸੇ ਨੂੰ ਇੱਕ ਵਾਰ ਦਿੱਤੀ ਹੈ, ਉਹ ਉਸੇ ਤਰ੍ਹਾਂ ਹੀ ਚੱਲਦੀ ਹੈ। ਇੱਕੋ ਵਾਰ ਜੀਵ ਪੈਦਾ ਕਰ ਦਿੱਤੇ, ਉਹਨਾਂ ਜੀਵਾਂ ਦਾ ਵੱਖਰਾ ਵੱਖਰਾ ਲੇਖਾ ਹੈ, ਔਰ ਜਿਵੇਂ ਜਿਵੇਂ ਉਹ ਲੇਖਾ ਸੰਸਾਰ ਵਿੱਚ ਲੈ ਕੇ ਆਉਂਦੇ ਨੇ, ਭੋਗ ਕਰਕੇ ਚਲੇ ਜਾਂਦੇ। ਇੱਕੋ ਵਾਰੀ ਮਹਾਰਾਜ ਕਹਿੰਦੇ ਪਰਮਾਤਮਾ ਨੇ ਸਾਧ ਸੰਗਤ ਵਿੱਚ ਨਾਮ ਦੀ ਤਾਕਤ ਪਾਈ ਹੈ, ਪਰਮੇਸ਼ਰ ਦੇ ਸਿਮਰਨ ਦੀ ਬਰਕਤ ਰੱਖੀ ਹੈ। ਕਰ ਕਰ ਵੇਖੈ ਸਿਰਜਣਹਾਰ, ਔਰ ਸਿਰਜਣਹਾਰ ਪਰਮੇਸ਼ਰ ਸਾਰੀ ਸ੍ਰਿਸ਼ਟੀ ਨੂੰ ਆਪ ਪਹਿਲਾਂ ਪੈਦਾ ਕਰਦਾ, ਫਿਰ ਉਹਨਾਂ ਨੂੰ ਦੇਖਣ ਵਾਲਾ ਹੈ। ਪਹਿਲਾਂ ਜੀਵ ਪੈਦਾ ਕਰ ਦਿੰਦਾ ਹੈ, ਤੇ ਫਿਰ ਉਹਨਾਂ ਦੀ ਕੀਤੀ ਹੋਈ ਕਿਰਤ ਨੂੰ ਵੇਖਣ ਵਾਲਾ ਹੈ, ਵੀ ਇਹਨਾਂ ਨੂੰ ਮੈਂ ਜੀਵਨ ਦਿੱਤਾ ਹੈ, ਇਹ ਜੀਵਨ ਕਿਹੜੇ ਪਾਸੇ ਲਾ ਰਹੇ ਨੇ। ਉਹਨਾਂ ਦੇ ਕਰਮਾਂ ਅਨੁਸਾਰ ਮਨਮੁਖਾਂ ਨੂੰ ਪੈਦਾ ਕਰ ਦਿੱਤਾ, ਗੁਰਮੁਖਾਂ ਨੂੰ ਪੈਦਾ ਕਰ ਦਿੱਤਾ। ਫਿਰ ਉਹਨਾਂ ਦੀ ਕਿਰਤ ਨੂੰ ਦੇਖਣ ਵਾਲਾ ਹੈ, ਉਹਨਾਂ ਦੇ ਸੁਭਾਅ ਨੂੰ ਪਰਖਣ ਵਾਲਾ ਹੈ, ਉਹਨਾਂ ਦੇ ਚੰਗੇ ਮੰਦੇ ਕਰਮਾਂ ਨੂੰ ਤੋਲਣ ਵਾਲਾ ਹੈ। ਉਹ ਸਿਰਜਣਹਾਰ ਪਰਮੇਸ਼ਰ ਮਹਾਰਾਜ ਕਹਿੰਦੇ ਸਾਰਿਆਂ ਨੂੰ ਕਰ ਕਰਕੇ ਦੇਖਣ ਵਾਲਾ ਹੈ ਭਾਈ। ਨਾਨਕ ਸੱਚੇ ਕੀ ਸਾਚੀ ਕਾਰ। ਇਹ ਸਿੱਧੋ ਜਿਹੜੀ ਉਹ ਪਰਮਾਤਮਾ ਦੀ ਇਹ ਕਾਰ ਹੈ ਨਾ ਸੰਸਾਰ ਦੇ ਅੰਦਰ, ਕਿ ਉਸ ਨੇ ਜੀਵ ਪੈਦਾ ਕੀਤੇ ਨੇ। ਜੀਵ ਪੈਦਾ ਕਰਕੇ ਸਾਧ ਸੰਗਤ ਪਹਿਲਾਂ ਉਹਨਾਂ ਦਾ ਰਿਜ਼ਕ ਸੰਸਾਰ ਅੰਦਰ ਪਹੁੰਚਾਇਆ। ਪਹਿਲੋਂ ਦੇ ਤੈ ਰਿਜ਼ਕ ਸਮਾਹਾ, ਪਿੱਛੋਂ ਦੇ ਤੈ ਜੰਤ ਉਪਾਹਾ। ਪਹਿਲਾਂ ਜੀਵਾਂ ਦਾ ਰਿਜ਼ਕ ਸੰਸਾਰ ਅੰਦਰ ਆਉਂਦਾ, ਪਿੱਛੋਂ ਭੋਜਨ ਜੀਵ ਪੈਦਾ ਹੁੰਦੇ ਨੇ। ਇਸ ਤਰ੍ਹਾਂ ਸੱਚੇ ਪਰਮਾਤਮਾ ਦੀ ਜਿਹੜੀ ਕਾਰ ਹੈ ਉਹ ਸੱਚੀ ਹੈ। ਆਸਣ ਲੋਏ ਲੋਏ ਭੰਡਾਰ। ਫਿਰ ਜਿਨ੍ਹਾਂ ਦਾ ਭਾਈ ਵਾਹਿਗੁਰੂ ਦੇ ਸਰੂਪ ਵਿੱਚ ਆਸਣ ਲੱਗ ਜਾਂਦਾ ਹੈ, ਫਿਰ ਉਹਨਾਂ ਨੂੰ ਉੱਥੋਂ ਹੀ ਵਾਹਿਗੁਰੂ ਪਰਮਾਤਮਾ ਨਾਮ ਦੀ ਦਾਤ ਬਖਸ਼ ਦਿੰਦਾ ਹੈ। ਜਿੱਥੇ ਮਹਾਰਾਜ ਬਚਨ ਕੀਤੇ, ਪਿਉ ਦਾਤੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਜਿਹੜੇ ਗੁਰਮੁਖ ਨੇ ਉਹਨਾਂ ਦਾ ਆਪਣੇ ਸਰੂਪ ਦੇ ਵਿੱਚ ਆਸਣ ਲੱਗਿਆ ਹੁੰਦਾ ਹੈ। ਸਾਧ ਸੰਗਤ ਸਰੂਪ ਦੇ ਵਿੱਚ ਸਥਿਤੀ ਹੋ ਜਾਂਦੀ ਹੈ, ਤੇ ਫਿਰ ਲੋਏ ਭੰਡਾਰ ਸੰਸਾਰ ਦੇ ਲੋਕਾਂ ਦੇ ਤਾਈਂ ਉਹ ਭੰਡਾਰੇ ਦਿੰਦੇ ਹਨ। ਭਾਵ ਆਪ ਵੀ ਨਾਮ ਜਪਦੇ ਨੇ, ਆਪ ਜਪੈ ਅਵਰ ਹੈ ਨਾਮ ਜਪਾਵੈ। ਆਪ ਮੁਕਤ ਮੁਕਤ ਕਰੈ ਸੰਸਾਰ। ਸੰਸਾਰ ਦੇ ਜੀਵਾਂ ਨੂੰ ਔਗਣਾ ਤੋਂ ਛੁਡਾ ਕਰਕੇ ਨਾਮ ਵਾਲੇ ਪਾਸੇ ਲਾ ਦਿੰਦੇ ਨੇ। ਇੰਨੇ ਭੰਡਾਰੇ ਭਰੇ ਹੋਏ ਨੇ ਕਿ ਮੁੱਕਦੇ ਨਹੀਂ। ਜਿਵੇਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਭਾਈ ਬਿਧੀ ਚੰਦ ਜੀ ਨੂੰ ਗੁਜਰਾਤ ਭੇਜਿਆ। ਜਦੋਂ ਭਾਈ ਸਾਹਿਬ ਜੀ ਦੌ ਨਗਰ ਵਿੱਚ ਗਏ, ਸਾਧ ਸੰਗਤ, ਇੱਥੇ ਇੱਕ ਫਕੀਰ ਰਹਿੰਦਾ ਸੀ। ਉਸ ਫਕੀਰ ਨੇ ਭਾਈ ਬਿਧੀ ਚੰਦ ਜੀ ਨੂੰ ਜਦੋਂ ਇਹਨਾਂ ਦੀ ਮਹਿਮਾ ਦੇਖੀ,
ਵੀ ਲੋਕ ਆ ਕੇ ਮੱਥਾ ਟੇਕਦੇ ਨੇ, ਬਹੁਤ ਸੰਗਤ ਜੁੜਨ ਲੱਗ ਪਈ। ਮਨ ਵਿੱਚ ਭੈ ਬਣ ਗਿਆ ਕਿ ਕਿਤੇ ਮੇਰੀ ਪੂਜਾ ਪ੍ਰਤਿਸ਼ਠਾ ਨਾ ਘਟ ਜਾਵੇ। ਜੇ ਲੋਕ ਇਹਦੇ ਕੋਲ ਇਕੱਠੇ ਹੋ ਰਹੇ ਨੇ, ਫਿਰ ਮੈਨੂੰ ਕਿਸੇ ਨੇ ਪੁੱਛਣਾ ਨਹੀਂ। ਤਾਂ ਉਸ ਸਮੇਂ ਭਾਈ ਸਾਹਿਬ ਜੀ ਨੂੰ ਡਰਾਉਣ ਵਾਸਤੇ ਸ਼ੇਰ ਤੇ ਚੜ੍ਹ ਕੇ ਆਇਆ। ਜਦੋਂ ਸ਼ੇਰ ਤੇ ਚੜ੍ਹ ਕੇ ਆਇਆ ਸਾਧ ਸੰਗਤ, ਇਹਨੇ ਸ਼ੇਰ ਵਸ ਕੀਤਾ ਹੋਇਆ ਸੀ ਤੇ ਭਾਈ ਸਾਹਿਬ ਜੀ ਦੇ ਕੋਲ ਆ ਗਿਆ। ਭਾਈ ਬਿਧੀ ਚੰਦ ਸਾਹਿਬ ਜੀ ਨੇ ਜਦੋਂ ਸ਼ੇਰ ਦੇ ਤਾਈਂ ਸਾਧ ਸੰਗਤ ਅੱਖਾਂ 'ਚ ਅੱਖਾਂ ਪਾ ਕੇ ਦੇਖਿਆ ਤੇ ਉਹ ਉੱਥੇ ਹੀ ਬੈਠ ਗਿਆ। ਜਿਵੇਂ ਬਿੱਲੀ ਹੁੰਦੀ ਹੈ ਨਾ, ਬੈਠ ਜਾਂਦੀ ਹੈ ਇੱਕ ਥਾਂ ਤੇ, ਇਸ ਤਰ੍ਹਾਂ ਖਾਮੋਸ਼ ਜਿਹਾ ਹੋ ਕਰਕੇ ਸ਼ੇਰ ਉੱਥੇ ਹੀ ਬੈਠ ਗਿਆ। ਜਦੋਂ ਐਡੀ ਤਾਕਤ ਵੇਖੀ, ਫਿਰ ਉਸ ਫਕੀਰ ਨੇ ਭਾਈ ਬਿਧੀ ਚੰਦ ਜੀ ਨੂੰ ਕਿਹਾ, ਮੈਨੂੰ ਮਾਫ਼ ਕਰਿਓ, ਮੈਂ ਤਾਂ ਆਪਣੀ ਤਾਕਤ ਦੇ ਨਾਲ ਤੁਹਾਨੂੰ ਡਰਾਉਣਾ ਚਾਹੁੰਦਾ ਸੀ, ਪਰ ਤੁਸੀਂ ਤਾਂ ਮੇਰੇ ਤੋਂ ਵੀ ਵੱਧ ਸ਼ਕਤੀ ਵਾਲੇ ਹੋ। ਭਾਈ ਸਾਹਿਬ ਜੀ ਕਹਿਣ ਲੱਗੇ, ਮੈਂ ਸ਼ਕਤੀ ਵਾਲਾ ਨਹੀਂ, ਇਹ ਮੇਰੇ ਗੁਰੂ ਦੀ ਤਾਕਤ ਹੈ ਸਾਰੀ। ਕਿਉਂਕਿ ਸੰਗਤ ਨੇ ਜਾ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬੇਨਤੀ ਕੀਤੀ ਸੀ, ਮਹਾਰਾਜ ਤੁਸੀਂ ਸਾਡੇ ਨਾਲ ਚੱਲੋ ਗੁਜਰਾਤ। ਸਤਿਗੁਰਾਂ ਨੇ ਬਚਨ ਕੀਤਾ ਕਿ ਸਾਡੇ ਸਿੱਖ ਬਿਧੀ ਚੰਦ ਜੀ ਨੂੰ ਨਾਲ ਲੈ ਜਾਓ। ਉਸ ਸਮੇਂ ਭਾਈ ਬਿਧੀ ਚੰਦ ਜੀ ਕਹਿਣ ਲੱਗੇ, ਮਹਾਰਾਜ ਇਹ ਤਾਂ ਤੁਹਾਨੂੰ ਲਿਜਾਣਾ ਚਾਹੁੰਦੇ ਨੇ, ਮੈਂ ਤਾਂ ਤੁਹਾਡਾ ਸਿੱਖ ਹਾਂ। ਮਹਾਰਾਜ ਕਹਿੰਦੇ, ਬਿਧੀ ਚੰਦ ਹੁਣ ਤੂੰ ਮੇਰਾ ਹੀ ਰੂਪ ਹੈ, ਤੇਰੇ ਵਿੱਚ ਸਾਡੀਆਂ ਸਾਰੀਆਂ ਤਾਕਤਾਂ ਨੇ, ਇਹਨਾਂ ਸੰਗਤਾਂ ਨੂੰ ਤੇਰੇ ਵਿੱਚੋਂ ਹੀ ਮੇਰੇ ਦਰਸ਼ਨ ਹੋਣਗੇ। ਦੇਖੋ ਸਾਧ ਸੰਗਤ, ਭਾਈ ਬਿਧੀ ਚੰਦ ਜੀ ਨੇ ਇੰਨੀ ਸਿੱਖੀ ਕਮਾਈ ਸੀ, ਇਸ ਲਈ ਮਹਾਰਾਜ ਨੇ ਬਚਨ ਕੀਤਾ ਸੀ ਨਾ, ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਇਹ ਤਾਂ ਗੁਰੂ ਦਾ ਸੀਨਾ ਹੈ, ਵੀ ਜਿਵੇਂ ਗੁਰੂ ਦੇ ਅੰਦਰ ਪਰਮਾਤਮਾ ਦਾ ਸਰੂਪ ਪ੍ਰਗਟ ਹੈ, ਇਸ ਤਰ੍ਹਾਂ ਸਿੱਖ ਦੇ ਅੰਦਰ ਵੀ ਮਹਾਰਾਜ ਨੇ ਉਹ ਬਰਕਤ ਪਾ ਦਿੱਤੀ। ਭਾਵੇਂ ਸਿੱਖ ਸਿੱਖ ਹੀ ਹੈ, ਗੁਰੂ ਗੁਰੂ ਹੀ ਹੈ, ਪਰ ਸਤਿਗੁਰੂ ਜੀ ਆਪਣੇ ਪਿਆਰ ਵਿੱਚ ਸਿੱਖਾਂ ਨੂੰ ਇੰਨਾ ਬਲ ਬਖਸ਼, ਜਿਵੇਂ ਇੱਕ ਰਾਜਾ ਆਪਣੇ ਪੁੱਤਰ ਨੂੰ ਅਧਿਕਾਰ ਦੇ ਦੇਵੇ, ਇਸ ਤਰ੍ਹਾਂ ਗੁਰੂ ਆਪਣੇ ਸਿੱਖ ਨੂੰ ਅਧਿਕਾਰ ਬਖਸ਼ ਦਿੰਦਾ ਹੈ। ਤੇ ਭਾਈ ਬਿਧੀ ਚੰਦ ਜੀ ਜਦੋਂ ਇੱਥੇ ਫਕੀਰ ਨੂੰ ਕਹਿਣ ਲੱਗੇ, ਇਹ ਸਾਰੀ ਬਰਕਤ, ਇਹ ਸਾਰੀ ਤਾਕਤ ਮੇਰੇ ਗੁਰੂ ਦੀ ਹੈ, ਮੇਰਾ ਕੁਝ ਨਹੀਂ। ਇੰਨੀ ਮਿੱਤਰਤਾ ਬਣ ਗਈ, ਕੁਝ ਦਿਨਾਂ ਦੇ ਵਿੱਚ ਹੀ ਬਹੁਤ ਪਿਆਰ ਬਣ ਗਿਆ ਇਸ ਫਕੀਰ ਦੇ ਨਾਲ। ਤੇ ਭਾਈ ਬਿਧੀ ਚੰਦ ਜੀ ਨੂੰ ਕਹਿਣ ਲੱਗੇ, ਮੇਰੀ ਇੱਕ ਇੱਛਾ ਹੈ ਵੀ ਮੈਂ ਜਦੋਂ ਤੁਸੀਂ ਸਰੀਰ ਛੱਡੋ ਨਾ, ਤੇ ਉਦੋਂ ਹੀ ਸਰੀਰ ਛੱਡਣਾ ਚਾਹੁੰਦਾ। ਇਕੱਠੇ ਸਰੀਰ ਛੱਡ ਗਏ ਆਪਾਂ, ਇੰਨਾ ਪ੍ਰੇਮ ਬਣ ਗਿਆ। ਭਾਈ ਬਿਧੀ ਚੰਦ ਜੀ ਕਹਿਣ ਲੱਗੇ, ਕੋਈ ਗੱਲ ਨਹੀਂ, ਤੂੰ ਚਿੰਤਾ ਨਾ ਕਰ, ਜਦੋਂ ਤੂੰ ਸਰੀਰ ਛੱਡਣਾ ਹੋਇਆ ਮੈਂ ਵੀ ਇੱਥੇ ਆ ਜਾਊਂ, ਆਪਾਂ ਇਕੱਠੇ ਸਰੀਰ ਛੱਡਾਂਗੇ। ਤੇ ਸਾਧ ਸੰਗਤ, ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੀਰਤਪੁਰ ਸਾਹਿਬ ਵਿਖੇ ਸਨ, ਆਪਣਾ ਅੰਤਲਾ ਸਮਾਂ ਜਾਣ ਕਰਕੇ ਭਾਈ ਬਿਧੀ ਚੰਦ ਜੀ ਨੇ ਗੁਰੂ ਸਾਹਿਬ ਤੋਂ ਆਗਿਆ ਲਈ ਕਿ ਮਹਾਰਾਜ ਮੇਰਾ ਉਸ ਫਕੀਰ ਦੇ ਨਾਲ ਵਾਅਦਾ ਕੀਤਾ ਹੋਇਆ ਹੈ, ਤੇ ਹੁਣ ਮੈਂ ਵਾਅਦਾ ਨਿਭਾਉਣਾ, ਮੇਰਾ ਅੰਤਲਾ ਸਮਾਂ ਆ ਗਿਆ। ਸਤਿਗੁਰੂ ਜੀ ਨੇ ਆਗਿਆ ਦਿੱਤੀ ਭਾਈ ਬਿਧੀ ਚੰਦ ਜੀ ਨੂੰ, ਤੇ ਭਾਈ ਬਿਧੀ ਚੰਦ ਜੀ ਫਿਰ ਇੱਥੇ ਗੁਜਰਾਤ ਵਿੱਚ ਆਏ ਤੇ ਉਸ ਫਕੀਰ ਨੂੰ ਮਿਲੇ। ਫਿਰ ਦੋਹਾਂ ਨੇ ਇਕੱਠਾ ਸਰੀਰ ਛੱਡਿਆ। ਸਾਧ ਸੰਗਤ, ਭਾਈ ਬਿਧੀ ਚੰਦ ਜੀ ਦੀ ਤੇ ਉਸ ਫਕੀਰ ਦੀ ਯਾਦ ਵਿੱਚ ਉੱਥੇ ਸਮਾਧਾਂ ਬਣੀਆਂ ਨੇ, ਭਾਵ ਨਿਸ਼ਾਨੀ ਬਣੀ ਹੋਈ ਹੈ ਕਿ ਇੱਥੇ ਕਿਵੇਂ ਉਹਨਾਂ ਨੇ ਗੁਰਦੁਆਰਾ ਸਾਹਿਬ ਬਣਿਆ ਹੋਇਆ, ਸਰੀਰ ਛੱਡਿਆ ਸੀ। ਸੋ ਇਸ ਤਰ੍ਹਾਂ ਜਿਹੜਾ ਗੁਰਸਿੱਖ ਹੈ, ਜਿਹਦੇ ਅੰਦਰ ਹਿਰਦੇ ਵਿੱਚ ਪਰਮੇਸ਼ਰ ਦੇ ਪ੍ਰੇਮ ਦਾ ਪ੍ਰਕਾਸ਼ ਹੋ ਜਾਂਦਾ ਹੈ, ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ,
ਸਭ ਮਹਿ ਜੋਤ ਜੋਤ ਹੈ ਸੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਜਿੱਥੇ ਜੋਤ ਪ੍ਰਗਟ ਹੋ ਜਾਂਦੀ ਉੱਥੇ ਮਹਾਰਾਜ ਕਹਿੰਦੇ ਲੋਏ ਭੰਡਾਰ ਭਾਈ ਉਸ ਪ੍ਰਕਾਸ਼ ਕਰਕੇ ਫਿਰ ਨਾਮ ਦਾ ਭੰਡਾਰਾ, ਸ਼ੁਭ ਗੁਣਾਂ ਦਾ ਭੰਡਾਰਾ ਖੁੱਲ ਜਾਂਦਾ ਹੈ। ਜੋ ਕਿਛ ਪਾਇਆ ਸੋ ਏਕਾ ਵਾਰ, ਫਿਰ ਉਸ ਗੁਰਸਿੱਖ ਦੇ ਤਾਈਂ ਗੁਰੂ ਨੇ ਜਿਹੜਾ ਦਾਤ ਪ੍ਰਾਪਤ ਕੀਤੀ ਹੈ, ਦਾਤ ਦੇਣਾ ਕੀਤੀ ਹੈ, ਇੱਕੇ ਵਾਰੀ ਪਾ ਦਿੱਤਾ। ਜਿੱਥੇ ਮਹਾਰਾਜ ਬਚਨ ਕਰਦੇ ਗੁਰਸਿੱਖੀ ਭਾਣਾ ਮੰਨਿਆ, ਤੈਨ ਚੜੀ ਚਵੱਗਲ ਬੰਨੇ। ਜਿਹੜੇ ਗੁਰਸਿੱਖ ਭਾਣਾ ਮੰਨਦੇ ਨਹੀਂ ਨਾ, ਗੁਰੂ ਦੇ ਭਾਣੇ ਵਿੱਚ ਰਹਿੰਦੇ, ਜੋ ਕਿਛ ਹੋਆ ਸੋ ਤੇਰਾ ਭਾਣਾ, ਜੋ ਐਵ ਬੂਝੈ ਸੋ ਸਹਿਜ ਸਮਾਨ। ਭਾਣਾ ਮੰਨਣਾ ਬੜਾ ਔਖਾ ਹੁੰਦਾ ਹੈ, ਬੜਾ ਕੁਝ ਸਹਿਣਾ ਪੈਂਦਾ ਹੈ, ਦੇਖਣਾ ਪੈਂਦਾ ਹੈ। ਕਈ ਵਾਰ ਤਾਂ ਜੋ ਕੁਝ ਹੋ ਰਿਹਾ ਹੈ ਉਹਦੇ ਤੋਂ ਉਲਟ ਹੋਣਾ ਪੈਂਦਾ ਹੈ, ਆਪਣੇ ਮਨ ਨੂੰ ਉਲਟ ਕਰਨਾ ਪੈਂਦਾ ਹੈ। ਜਿਵੇਂ ਭਾਈ ਭਿਖਾਰੀ ਜੀ ਸਨ, ਘਰੇ ਵਿਆਹ ਸੀ, ਪਰ ਉਹਨਾਂ ਦਾ ਮਨ ਪਰਮਾਤਮਾ ਦੇ ਭਾਣੇ ਵਿੱਚ ਸੀ, ਗੁਰੂ ਦੇ ਭਾਣੇ ਵਿੱਚ, ਕਿ ਜਿਹੜਾ ਇਹ ਵਿਆਹ ਹੈ ਇਸ ਨੇ ਗਮੀ ਵਿੱਚ ਵੀ ਬਦਲ ਜਾਣਾ ਹੈ। ਉਹਨਾਂ ਨੂੰ ਪਤਾ ਸੀ। ਇਸ ਤਰ੍ਹਾਂ ਜਿਹੜੇ ਗੁਰਮੁਖ ਨੇ ਭਾਣੇ ਵਿੱਚ ਰਹਿੰਦੇ ਨੇ, ਸੁੱਖ ਵਿੱਚ ਚੇਤੇ ਕਰਨਾ, ਵਾਹਿਗੁਰੂ ਨੂੰ ਯਾਦ ਕਰਨਾ, ਦੁੱਖ ਵਿੱਚ ਅਰਦਾਸ ਕਰਨੀ, ਹਰ ਵੇਲੇ ਸਿਮਰਨ ਕਰਨਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਨੇ ਇੱਕ ਵਾਰ ਇਹ ਦਾਤ ਪਾ ਦੇਣਾ ਕੀਤੀ ਹੈ, ਨਾਮ ਦੀ, ਭਰੋਸੇ ਦੀ, ਸਿਦਕ ਵਾਲੀ, ਪ੍ਰੇਮ ਵਾਲੀ, ਜੋ ਕਿਛ ਪਾਇਆ ਸੋ ਏਕਾ ਵਾਰ, ਬਸ ਇੱਕੇ ਵਾਰੀ ਪਾ ਦਿੱਤਾ। ਉਹ ਵਾਰ-ਵਾਰ ਫਿਰ ਦਾਤ ਦੇਣ ਦੀ ਜ਼ਰੂਰਤ ਨਹੀਂ, ਉਹ ਇੱਕੇ ਵਾਰੀ ਵਾਹਿਗੁਰੂ ਉਸ ਨੂੰ ਨਿਹਾਲ ਕਰ ਦਿੰਦਾ। ਜੇ ਭਗਤ ਪ੍ਰਹਿਲਾਦ ਜੀ ਨੂੰ ਜਨਮ ਤੋਂ ਹੀ ਇਹ ਦਾਤ ਪ੍ਰਾਪਤ ਹੋ ਗਈ ਸੀ ਨਾ, ਦੇਖੋ ਸਾਧ ਸੰਗਤ ਕਿੰਨਾ ਭਰੋਸਾ ਸੀ ਵਾਹਿਗੁਰੂ ਤੇ। ਕਰ ਕਰ ਵੇਖੈ ਸਿਰਜਣਹਾਰ, ਔਰ ਵਾਹਿਗੁਰੂ ਫਿਰ ਸੰਸਾਰ ਦੇ ਅੰਦਰ ਆਪਣੇ ਭਗਤਾਂ ਨੂੰ, ਆਪਣੇ ਪਿਆਰਿਆਂ ਨੂੰ ਕਰਕੇ ਫਿਰ ਦੇਖਦਾ। ਪਹਿਲਾਂ ਉਹਨਾਂ ਨੂੰ ਭਗਤੀ ਵਿੱਚ ਪਰੋ ਦਿੰਦਾ, ਫਿਰ ਉਹਨਾਂ ਨੂੰ ਸਿਦਕ ਵਿੱਚ ਲੈ ਆਉਂਦਾ, ਫਿਰ ਐਸਾ ਜੀਵਨ ਦਿੰਦਾ ਹੈ ਕਿ ਉਹ ਰਹਿੰਦੇ ਤਾਂ ਗਰੀਬੀ ਵਿੱਚ ਨੇ, ਪਰ ਪ੍ਰਮਾਤਮਾ ਨੂੰ ਨਹੀਂ ਭੁੱਲਦੇ। ਸਬਰ ਸੰਤੋਖ ਵਿੱਚ ਰਹਿੰਦੇ ਨੇ, ਪਰ ਪ੍ਰਮਾਤਮਾ ਨੂੰ ਨਹੀਂ ਭੁੱਲਦੇ। ਭਾਵੇਂ ਕਿੰਨੀ ਹੀ ਗਰੀਬੀ ਆ ਜੇ ਸਾਧ ਸੰਗਤ, ਫਿਰ ਵੀ ਚੇਤੇ ਕਰਦੇ ਰਹਿੰਦੇ। ਜਿੱਥੇ ਮਹਾਰਾਜ ਬਚਨ ਕੀਤੇ, ਬਸਤਾ ਟੂਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਾਤ ਨਾ ਆਤਰੋ ਉਦਿਆਨ ਪ੍ਰਵੀਨਾ। ਮਿੱਤਰ ਨਾ ਇਠ ਧਨ ਰੂਪਹੀਨ, ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਭਿੰਨਾ। ਨਾਮ ਦੇ ਵਿੱਚ ਮਨ ਭਿੱਜਿਆ ਹੈ ਤੇ ਉਹ ਕੁਝ ਨਾ ਹੁੰਦਿਆਂ ਵੀ ਸਭ ਕੁਝ ਬਣ ਜਾਂਦਾ ਹੈ। ਉਹਦੇ 'ਚ ਇੰਨੀ ਬਰਕਤ ਆ ਜਾਂਦੀ ਹੈ, ਉਹਦਾ ਫਿਰ ਚਿੱਤ ਹੋਰ ਪਾਸੇ ਨਹੀਂ ਜਾਂਦਾ। ਕਰ ਕਰ ਵੇਖੈ ਸਿਰਜਣਹਾਰ, ਜਿਹਨੂੰ ਵਾਹਿਗੁਰੂ ਆਪਣੀ ਭਗਤੀ ਵਿੱਚ, ਆਪਣੇ ਨਾਮ ਸਿਮਰਨ 'ਚ ਕਰਕੇ ਭਗਤ ਬਣਾ ਕਰਕੇ ਦੇਖਦਾ ਹੈ। ਕਰ ਕਰ ਵੇਖੈ ਸਿਰਜਣਹਾਰ, ਫਿਰ ਮਹਾਰਾਜ ਕਹਿੰਦੇ ਜੀਵਾਂ ਨੂੰ ਕਰ ਕਰਕੇ ਉਹ ਦੇਖਣ ਵਾਲਾ ਹੈ। ਨਾਨਕ ਸੱਚੇ ਕੀ ਸਾਚੀ ਕਾਰ, ਉਸ ਪਰਮਾਤਮਾ ਦੀ ਜਿਹੜੀ ਭਗਤੀ ਰੂਪ ਕਾਰ ਹੈ ਭਾਈ, ਇਹ ਬੜੀ ਸੱਚੀ ਹੈ। ਜਿਹੜੀ ਭਗਤੀ ਰੂਪ ਕਾਰ ਹੈ ਨਾ, ਜਿਵੇਂ ਨਾਮ ਰੂਪ ਧਨ ਮਹਾਰਾਜ ਕਹਿੰਦੇ ਸੱਚਾ ਹੈ, ਜਿਹੜਾ ਦੁਨੀਆ ਦਾ ਧਨ ਹੈ ਕੱਚਾ ਹੈ। ਨਾਮ ਰੂਪ ਧਨ ਨਾ ਕਿਤੇ ਮੁੱਕਦਾ, ਨਾ ਹੀ ਕਿਤੇ ਖਤਮ ਹੁੰਦਾ।